अमृतसर के बच्चे बने खलनायक तो समाज सेवी संस्था बनी नायक। अमृतसर में सड़कों पर रह रही एक मां का ऐसा हश्र आपने कभी नहीं देखा होगा। अमृतसर के प्रीतनगर में रह रही इस मां की कहानी ये है कि इस मां के 5 बच्चे हैं जो आलीशान घरों में रहते हैं, लेकिन इस मां के लिए उनके घर में कोई जगह नहीं है और वे इसे सड़कों पर छोड़ गए। तभी आज एक लुधियाना से समाज सेवी संस्था इसे अपने साथ ले जाने के लिए आई और इस महिला को अपने साथ ले गई। हाँ जी, की नाम है ਤੁਹਾਡਾ ਜੀ? मेरा नाम डॉक्टर सिद्धू है जी। ਹਾਂਜੀ, ਕਿਹੜੀ ਸੰਸਥਾ ਜੀ? शुभकर्मन आश्रम लाडो ਵੱਲ ਲੁਧਿਆਣਾ। ਅੱਜ ਤੁਸੀਂ ਆਏ ਹੋ ਮੀਡੀਆ ਦੇ ਥਰੂ ਵੇਖ ਕੇ ਖਬਰ, ਜੀ। ਕੀ ਕਹਿਣਾ ਚਾਹੋਗੇ? ਅੱਜ ਲੈਣ ਆਏ ਹੋ ਬਜ਼ੁਰਗਾਂ ਨੂੰ। ਬਹੁਤ ਬੁਰੀ ਹਾਲਤ ਹੈਗੀ ਹੈ ਜੀ ਇਸ ਮਾਤਾ ਦੀ, ਪਰ ਮੀਡੀਆ ਦਾ ਥੈਂਕ ਯੂ ਜਿਨ੍ਹਾਂ ਦੇ ਥਰੂ ਮੈਨੂੰ ਇਸ ਚੀਜ਼ ਦੇ ਬਾਰੇ ਚ ਪਤਾ ਲੱਗਿਆ, ਕਿਉਂਕਿ ਅਸੀਂ ਜਿਵੇਂ ਬਾਕੀ ਮਾਵਾਂ ਦੀ ਸੇਵਾ ਕਰਦੇ ਹਾਂ ਤਾਂ ਸਾਨੂੰ ਵਾਹਿਗੁਰੂ ਵੱਲੋਂ ਇਸ ਮਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਤੇ ਆਣ ਕੇ ਇੱਥੇ ਕੀ ਦੇਖਿਆ ਤੁਸੀਂ? ਉਹ ਇਹ ਦੇਖਿਆ ਜੀ ਜੋ ਕੱਲ ਖਬਰਾਂ ਦੇ ਵਿੱਚ ਦੇਖਿਆ, ਸਾਰੇ ਨਿਊਜ਼ ਚੈਨਲਾਂ ਤੇ ਦੇਖਿਆ ਤਾਂ ਮਾਂ ਦੀ ਕਿੱਦਾਂ ਦੀ ਬੁਰੀ ਹਾਲਤ ਹੈਗੀ ਹੈ। ਪਰਿਵਾਰ ਹੋਣ ਦੇ ਬਾਵਜੂਦ ਵੀ ਇਹ ਮਾਤਾ ਦੇ ਹਾਲਾਤ ਇੰਨੇ ਬੁਰੇ ਆ। ਤੇ ਕੀ ਕਾਰਵਾਈ ਕਰਨ ਜਾ ਰਹੇ ਹੋ? ਕੀ ਇਹਨਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੇ ਜੀ। ਮੈਂ ਇਹਨਾਂ ਨੂੰ ਆਪਣੇ ਨਾਲ ਆਪਣੇ ਆਸ਼ਰਮ ਲੈ ਕੇ ਜਾ ਰਹੀ ਹਾਂ ਤਾਂ ਕਿ ਅਸੀਂ ਵਾਹਿਗੁਰੂ ਵੱਲੋਂ ਲਾਈ ਹੋਈ ਸੇਵਾ ਨੂੰ ਪ੍ਰੋਪਰ ਤਰੀਕੇ ਨਾਲ ਨਿਭਾ ਸਕੀਏ। ਤੇ ਉਹ ਜਾਣ ਨੂੰ ਤਿਆਰ ਹੈ ਜੀ? ਬਿਲਕੁਲ ਜਾਣਗੇ ਜੀ, ਜਦੋਂ ਪਿਆਰ ਨਾਲ ਲੈ ਕੇ ਜਾਵਾਂਗੇ ਤਾਂ ਜ਼ਰੂਰ ਜਾਣਗੇ। ਤੁਹਾਡੇ ਸੰਸਥਾ ਵੱਲੋਂ ਕੀ ਕੀਤਾ ਜਾਏਗਾ? ਉਪਰਾਲੇ ਕੀ ਕੀਤੇ ਜਾਣਗੇ? ਇਹਨਾਂ ਦੀ ਪ੍ਰੋਪਰ ਦੇਖਭਾਲ ਕੀਤੀ ਜਾਏਗੀ, ਇਹਨਾਂ ਦਾ ਇਲਾਜ ਕਰਾਇਆ ਜਾਏਗਾ, ਇਹਨਾਂ ਦੇ ਲਈ ਛੱਤ, ਇਹਨਾਂ ਲਈ ਦਵਾਈਆਂ, ਇਹਨਾਂ ਦੇ ਲਈ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਕੀਤਾ ਜਾਏਗਾ, ਕਿਉਂਕਿ ਸਾਡੇ ਕੋਲ ਪਹਿਲਾਂ ਦੇ 35 ਮਾਵਾਂ ਭੈਣਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਠੀਕ ਵੀ ਹੋਈਆਂ ਔਰ ਤਕਰੀਬਨ 45 ਮੈਂਬਰਾਂ ਦਾ ਆਉਣਾ ਜਾਣਾ ਰਿਹਾ ਹੁਣ ਤੱਕ, ਜਿਹਦੇ ਵਿੱਚੋਂ 10-12 ਮੈਂਬਰ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ। ਵੇਖਿਆ ਗਿਆ ਕਿ ਲੋਕਾਂ ਵੱਲੋਂ ਮਾਵਾਂ ਨੂੰ ਬਾਹਰ ਕੱਢ ਦਿੰਦੇ ਨੇ, ਲੋਕੀ ਮਾਵਾਂ ਤਰਸਦੀਆਂ ਰਹਿੰਦੀਆਂ ਆਪਣੇ ਬੇਟਿਆਂ ਨੂੰ, ਉਸ ਬਾਰੇ ਕੀ ਆਪਣੀ ਅਪੀਲ ਉਹਨਾਂ ਦੇ ਮਾੜੇ ਕਰਮ ਆ ਜੀ, ਉਹ ਆਪਣੇ ਵੇਲੇ ਨੂੰ ਭੁੱਲ ਜਾਂਦੇ ਆ ਵੀ ਸ਼ਾਇਦ ਇਹ ਟਾਈਮ ਉਹਨਾਂ ਦੇ ਉੱਤੇ ਨਹੀਂ ਆਉਣਾ ਕਦੇ ਵੀ। ਤਾਂ ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਦੀ ਮਾੜੀ ਕਿਸਮਤ ਆ ਵੀ ਉਹ ਆਪਣੀ ਮਾਵਾਂ ਦੀ ਦੇ। ਪਰ ਮੈਂ ਨਾਲ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਉਹ ਵੀ ਆਪਣੇ ਭਵਿੱਖ ਦੇ ਬਾਰੇ ਚ ਕੋਈ ਜ਼ਿਆਦਾ ਵਧੀਆ ਉਮੀਦ ਨਾ ਰੱਖਣ, ਜੋ ਬੀਜਣਗੇ ਉਹ ਬੀਜਣਗੇ। ਤੇ ਕੀ ਅਪੀਲ ਕਰਨਾ ਕੀ ਚਾਹੋਗੇ ਜੀ ਉਹਨਾਂ ਨੂੰ? ਅਪੀਲ ਇਹ ਕਰਨਾ ਚਾਹਾਂਗੇ ਜੀ, ਸਾਡੇ ਵਰਗੇ ਆਸ਼ਰਮ ਦੀ ਲੋੜ ਹੀ ਨਹੀਂ ਪੈਣੀ ਚਾਹੀਦੀ ਅਗਰ ਤੁਸੀਂ ਆਪਣੀਆਂ ਮਾਵਾਂ ਨੂੰ ਆਪ ਹੀ ਸੰਭਾਲ ਲੈਂਦੇ ਹੋ। ਹਾਂ, ਕਿਤੇ ਹਾਲਾਤ ਬਹੁਤ ਬੁਰੇ ਹੈਗੇ ਆ, ਪਰਿਵਾਰ 'ਚ ਕੋਈ ਬਚਿਆ ਹੀ ਨਹੀਂ ਹੈ, ਤਾਂ ਉੱਥੇ ਗੱਲ ਵੱਖਰੀ। ਥੈਂਕ ਯੂ। ਹਾਂਜੀ ਭਾਈ, ਤੁਹਾਡਾ ਨਾਮ? ਮੇਰਾ ਨਾਮ ਜੀ ਹੈਪੀ ਬੱਲਾ। ਤੇ ਵਾਹਿਗੁਰੂ ਨੇ ਹਿੰਮਤ ਦਿੱਤੀ, ਉਦਮ ਦਿੱਤਾ ਤੇ ਇਸ ਮਾਂ ਲਈ ਅਸੀਂ ਇੱਕ ਆਵਾਜ਼ ਬੁਲੰਦ ਕੀਤੀ, ਕਿਉਂਕਿ ਮਾਤਾ ਨੂੰ ਕਾਫੀ ਲੰਮੇ ਸਮੇਂ ਤੋਂ ਦੇਖ ਰਹੇ ਹਾਂ, ਨਰਕ ਭਰੀ ਜ਼ਿੰਦਗੀ ਜੀ ਰਹੇ ਸੀ। ਤਾਂ ਸਾਡੇ ਵੀਰਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਕਿ ਚੱਲ ਯਾਰ ਆਪਾਂ ਇਸ ਮਾਂ ਲਈ ਜੇਕਰ ਕੁਝ ਕਰ ਸਕਦੇ ਹਾਂ, ਹਨਾ। ਬੰਦਾ, ਕਿਉਂਕਿ ਵਾਹਿਗੁਰੂ ਕਰਾਉਣ ਵਾਲਾ, ਬੰਦੇ ਦੀ ਕੋਈ ਔਕਾਤ ਨਹੀਂ ਹੈਗੀ। ਪਰਮਾਤਮਾ ਨੇ ਸਾਨੂੰ ਚੁਣਿਆ, ਅਸੀਂ ਇਸ ਮਾਂ ਦੀ ਜਿਹੜੀ ਵੀਡੀਓ ਉਹ ਲੋਕਾਂ ਤੱਕ ਰੱਖੀ ਤੇ ਅੱਜ ਇਹ ਮਾਂ ਨੂੰ ਅਸੀਂ ਲੁਧਿਆਣਾ ਸ਼ੁਭਕਰਮਨ ਆਸ਼ਰਮ ਦੇ ਵਿੱਚ ਜਿਹੜਾ ਆ ਉਹ ਲੈ ਕੇ ਜਾ ਰਹੇ ਹਾਂ। ਤੇ ਇਹਦੇ ਬੱਚਿਆਂ ਨਾਲ ਸੰਪਰਕ ਕੀਤਾ ਸੀ, ਕੀ ਕਹਿੰਦੇ? ਬੱਚਿਆਂ ਨਾਲ ਸੰਪਰਕ ਹੋਇਆ ਜੀ, ਬੱਚਿਆਂ ਵੱਲੋਂ ਸਾਫ਼ ਇਨਕਾਰ, ਕਿਉਂਕਿ ਇਹ ਮਾਂ ਨੂੰ 18 ਤੋਂ 20 ਸਾਲ ਹੋ ਗਏ ਨੇ ਤੇ ਇਸੇ ਗਲੀ ਰਾਹੀਂ ਬੱਚੇ ਰੋਜ਼ ਲੰਘਦੇ ਨੇ। ਬੱਚਿਆਂ ਨੂੰ ਮਾਤਾ ਦੇ, ਦੇਖੋ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਮਾਂ ਦੇ ਹਾਲਾਤਾਂ ਤੋਂ ਬੱਚੇ ਜਾਣੂ ਨੇ। ਇੱਕ ਹੁੰਦਾ ਨਾ ਕੋਈ ਜਾਣੂ ਨਹੀਂ ਹੁੰਦਾ, ਪਰ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਆਪਣੀ ਮਾਂ ਨੂੰ ਕਿਉਂ ਨਹੀਂ ਸਾਂਭਦੇ ਹੋ, ਕਹਿੰਦੇ ਸਾਡੇ ਵੱਲੋਂ ਸਾਫ਼ ਇਨਕਾਰ ਹੈ, ਮਰ ਜੇ ਰੁੜ ਜੇ ਅਸੀਂ ਕੁਝ ਨਹੀਂ ਕਹਿ ਸਕਦੇ, ਹਨਾ। ਬਾਕੀ ਸਾਡੇ ਟੀਮ ਮੈਂਬਰ ਨੇ, ਡਾਕਟਰਸ ਨੇ ਜਿਹੜੇ ਅਜਿਹੇ ਮਰੀਜ਼ਾਂ ਦੀ ਮਤਲਬ ਕਿ ਦਿਮਾਗ ਦੇ ਸਪੈਸ਼ਲਿਸਟ ਨੇ, ਤੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ, ਕਿਉਂਕਿ ਕਈ ਵਾਰੀ ਲੋਕ ਨਾ ਇਸ ਚੀਜ਼ ਤੋਂ ਛੱਡ ਦਿੰਦੇ ਨੇ ਕਿ ਅਸੀਂ ਕਰ ਕੁਝ ਨਹੀਂ ਸਕਦੇ, ਸਾਨੂੰ ਤੰਗ ਕਰਦੇ ਨੇ, ਪਰ ਇਦਾਂ ਦਾ ਮਰੀਜ਼ ਕੋਈ ਤੰਗ ਨਹੀਂ ਕਰਦਾ। ਉਹ ਤੁਹਾਨੂੰ ਡਾਕਟਰ ਸਾਹਿਬ ਦੱਸ ਸਕਦੇ। मेरा नाम डॉक्टर स्नेह है और मैं दिमागी परेशानी के रोगों का स्पेशलिस्ट हूँ। और ये माता का जो हालात देखे और जिस कंडीशन में ये माता काफ़ी लंबे समय से रह रही है और जिस हिसाब से इसकी कितनी गंदगी में इसको खाने पीने का, नहाने धोने का, कोई भी चीज़ का पता नहीं है और ये बात भी पूरी तरीके से सही तरीके से नहीं कर पा रही। तो ये सारी चीज़ें देख के ये है कि इसको एक दिमागी परेशानी है और जिसको हमारी भाषा में स्किज़ोफ्रेनिया बोलते हैं। और ये एक ह्यूमन मैनकाइंड की सबसे गंभीर बीमारी है। जितने भी मरीज हम लोग, काफ़ी सारे लोग हम पब्लिक प्लेसेस पर, जैसे गुरुद्वारे के पास, मंदिरों के पास, फ्लाईओवर के नीचे, बस स्टैंड के आसपास, जितने भी दिमागी परेशानी के मरीज हमें घूमते हुए मिलते हैं, ये लगभग एक स्किज़ोफ्रेनिया नाम की बीमारी है, उससे पीड़ित होते हैं। और उस बीमारी, ये बीमारी एक लंबी बीमारी है, लेकिन घर वाले कई कारणों से इन मरीजों का इलाज पूरी तरह से नहीं करा पाते, उसके कारण ये होमलेस कंडीशन में आ जाते हैं। लेकिन मैं एक चीज़ सब लोगों को आपको बताना चाहूँगा कि ये जो दिमागी परेशानी है इसका इलाज संभव है, ये कोई लाइलाज बीमारी नहीं है। जैसे कई सारी बीमारियां ऐसी है, जैसे कैंसर है या कोई कई प्रकार के कैंसर है, अपन कहते हैं लाइलाज है, लेकिन आजकल हर बीमारी का इलाज है, कैंसर का भी इलाज है, ऐसे ही दिमागी परेशानी का भी इनका इलाज संभव है। और इनके इलाज के अंदर, इस बीमारी के इलाज के अंदर जो दवाइयाँ हैं
वो इतनी कोई बहुत महंगी दवाइयाँ नहीं है, कोई बहुत बड़ी कोई सर्जरी नहीं करनी पड़ती, बहुत कोई जबरदस्त कोई जांचें नहीं करानी पड़ती। हम थोड़ा सा ट्रीटमेंट अगर लंबे समय तक लगातार करें, 1 या 2 गोलियां लगातार दें, तो इसमें इन मरीजों में काफी सुधार आ जाता है। और कम से कम इन मरीजों में इतना सुधार जरूर आ जाता है कि अपने खाना पीना, नहाना धोना, जो रूटीन डेली वर्क है वो अपन कर सकते हैं। तो मेरे सब लोगों से अपील है कि ऐसे मरीजों को ऐसे छोड़े ना, उनका नियरेस्ट जहाँ भी दिमागी परेशानी के इलाज की फैसिलिटी है वहाँ पर ट्रीटमेंट कराया जाए। धन्यवाद। ब्यूरो रिपोर्ट, लाइव भारत। बाबा अजमल खान जी 11 घंटों में 100% समाधान गारंटी कार्ड के साथ। 2 साल पहले मेरे हस्बैंड की फैक्ट्री में आग लग गई और कंपनी लॉस में चली गई। सब ठीक कर दिया। आज हमारी कंपनी भारत की नंबर 1 एक्सपोर्ट कंपनी है। बिटिया की शादी के लिए जो भी रिश्ते आते वहीं कोई न कोई अड़चन आ जाती, लेकिन की दुआओं से आज मेरी बेटी एक बड़े घर की बहू है। मैं पिछले 3 सालों से एक ही पोस्ट पर काम कर रहा था, लेकिन दुआओं से मेरा झट से प्रमोशन हो गया। भटको चाहे जिधर, काम होगा सिर्फ इधर। स्पेशलिस्ट गृह कलेश, तरक्की, प्रेम विवाह, विदेश यात्रा में रुकावट, दुश्मन व सौतन से छुटकारा, जमीन जायदाद, संतान प्राप्ति, मन चाहा वसीकरण, सभी इल्मों के माहिर बाबा अजमल खान जी। कोई भी समस्या क्यों न हो, एक बार अवश्य मिले।